ब्रेक तो बाद एक बार फिर तो तुहाडा स्वागत है प्राइम टाइम दे विच। अज असीं गल किसानां दे मुद्दे दी कर रहे हैं। किसानां दे वल्लों जिस तरीके नाल घिराओ कीता जा रहा है, बंधक बनाए जा रहे हैं, उस दे उत्ते गल हो रही है। राजपुरा च होया ते उस तो बाद संगरूर तो भी तस्वीरां सामने आईयां जिथे SSP दफ्तर दे गेट नूं बंद कर दिता गया। इस दे उत्ते गलबात जारी है। मेहमान साडे नाल जुड़े हुए ने इस सेगमेंट दी। एक बार मैं फिर तो शुरुआत करांगा। शुरुआत करते हैं किंगरा साहब तो, कांग्रेस के नुमाइंदे साडे नाल ने। किंगरा साहब, तुसीं पिछले सेगमेंट दे विच जिक्र किया सी कि ठीक है नहीं होना चाहिए विरोध, पर हुण अगे फार्मूला की है कि हालात ना विगड़न। मैं एडमिनिस्ट्रेशन के तौर के उत्ते भी तुहाडे तो जानना चाहुंदा, तुसीं इह चीज़ां दे नाल टैकल कर चुके हो। सरकार है इस समय कांग्रेस दी कि हालात ना विगड़ जान। सरीन साहब ने कहा कि देखो उत्थे किसी ने जे पिस्टल दिखाई या फिर पिस्टल कड्डी या रिवॉल्वर कड्डी, हालात अजिहे बन गए सी। ये तो हालात इस तो ज्यादा एक्सट्रीम खराब हो सकते हैं। नहीं देखो, मैं शोर बड़ा आ रहा है जे गल नहीं हो रही जी। देखो शोर बहुत आ रहा है गौरव, लॉट ऑफ नॉइस इज कमिंग। किंग साहब तुहाडी आवाज मेरे तक आ रही है। मैं कोशिश पर नॉइस बहुत आ रही है, मैनू नहीं ना मैनू। अच्छा ਉਹਦੇ ਚ ਇਸ ਤਰ੍ਹਾਂ है, देखो गौरव जी, पिस्टल ਕੱਢ ਲੈਣੀ, पिस्टल चला देनी बड़ी सौखी है, पर उस बाद ਉਹਦਾ ਨਿਬੇੜਾ करना बहुत औखा ਹੁੰਦਾ ਹੈਗਾ। पीपल शुड पुट रिस्ट्रेन। पहली गल ਤਾਂ ਸ਼ਾਂਤਮਈ ਅੰਦੋਲਨ ਕਰਨ ਦੇ ਵਿੱਚ, ਪਿਕਟਿੰਗ ਕਰਨ ਦੇ ਵਿੱਚ, ਘਿਰਾਓ ਕਰਨ ਦੇ ਵਿੱਚ, ਕਿਸੇ ਵੀ ਪਬਲਿਕ ਲਾਈਫ ਦੇ ਵਿੱਚ ਇਨਸਾਨ ਨੂੰ ਇਸ ਗੱਲ ਦੇ ਵਿੱਚ ਸਮੱਸਿਆ ਨਹੀਂ ਹੋਣੀ ਚਾਹੀਦੀ। ਪਹਿਲਾਂ ਵੀ ਡੀਸੀ ਆਫਿਸਾਂ ਦਾ ਘਿਰਾਓ ਹੁੰਦਾ ਰਿਹਾ, ਪਹਿਲਾਂ ਵੀ ਸੀਐਮ ਆਫਿਸਾਂ ਦਾ ਘਿਰਾਓ ਹੁੰਦਾ ਰਿਹਾ, ਪਹਿਲਾਂ ਵੀ ਪ੍ਰਧਾਨ ਮੰਤਰੀ ਦੇ ਘਰ ਦੇ ਮੂਹਰੇ ਪ੍ਰਦਰਸ਼ਨ ਹੁੰਦੇ ਰਹੇ ਹੈ, ਪਾਰਲੀਮੈਂਟ ਦਾ ਘਿਰਾਓ ਹੁੰਦਾ ਰਿਹਾ। ਕੋਈ ਨਵਾਂ ਘਿਰਾਓ ਨਹੀਂ ਹੋਣ ਲੱਗਿਆ। ਇਹ ਇੱਕ ਤਰੀਕਾ ਹੈ, ਇਹ ਇੱਕ ਤਰੀਕਾ ਹੈ ਲੋਕ ਰਾਜ ਦੇ ਵਿੱਚ ਆਪਣਾ ਪੁਆਇੰਟ ਆਫ ਵਿਊ ਰੱਖਣ ਦਾ, ਤੇ ਉਹਦੇ ਉੱਤੇ ਬੀਜੇਪੀ ਦੇ ਨੇਤਾਵਾਂ ਨੂੰ ਕੋਈ ਬਹੁਤਾ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਨਾਲ ਦੀ ਨਾਲ ਕਿਸਾਨ ਆਗੂਆਂ ਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਕੋਈ ਮਾੜੇ ਅਨਸਰ, ਦੇਖੋ ਮਾੜੇ ਅਨਸਰ ਬਹੁਤ ਤਰ੍ਹਾਂ ਦੇ ਹੁੰਦੇ ਆ। ਸਰਕਾਰਾਂ ਮਾੜੇ ਅਨਸਰਾਂ ਨੂੰ ਵੀ ਤੁਹਾਡੇ ਵਿੱਚ ਵਾੜ ਦਿੰਦੀਆਂ ਨੇ, ਤੇ ਮਾੜੇ ਅਨਸਰ ਕਈ ਮੌਕੇ ਦਾ ਫਾਇਦਾ ਉਠਾਉਣ ਦੀ ਖਾਤਰ ਵੀ ਇਹ ਕੰਮ ਕਰਦੇ ਨੇ। ਉਹਨਾਂ ਮਾੜੇ ਅਨਸਰਾਂ ਨੂੰ, ਕਿਸਾਨ ਨੇਗੂਆਂ ਨੂੰ, ਉਹਨਾਂ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਹੈ। ਔਰ ਇਸ ਅੰਦੋਲਨ ਨੂੰ ਜੇ ਕਿਸਾਨ ਸ਼ਾਂਤਮਈ ਨਾ ਰੱਖ ਸਕੇ ਤੇ ਇਹ ਅੰਦੋਲਨ ਆਪਣੀ ਮੌਤ ਮਰ ਜਾਏਗਾ। ਇਸ ਕਰਕੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ दायित्व ਜਿਹੜਾ ਉਹ ਕਿਸਾਨਾਂ ਦੇ ਹੱਥ 'ਚ ਹੈ। ਸਰਕਾਰਾਂ ਇਹਨੂੰ ਹੋ ਸਕਦਾ ਵਾਇਲੈਂਟ ਕਰਨ। ਅੰਗਰੇਜ਼ਾਂ ਨੇ ਲਾਲਾ ਲਾਜਪਤ ਰਾਏ ਤੋਂ ਕੁਝ ਨਹੀਂ ਸੀ ਲੈਣਾ। ਉਹਨਾਂ ਨੇ ਲਾਲਾ ਲਾਜਪਤ ਰਾਏ ਨੂੰ ਮਾਰ ਕੇ ਐਜੀਟੇਸ਼ਨ ਨੂੰ, ਜਿਹੜਾ ਸ਼ਹੀਦ ਕਰਕੇ ਐਜੀਟੇਸ਼ਨ ਨੂੰ ਵਾਇਲੈਂਟ ਕਰਨਾ ਸੀ। ਤੁਸੀਂ ਕਦੇ ਸੋਚਿਆ ਹੈ ਕਿ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲੇ ਬੰਦੇ ਕੌਣ ਸੀ? ਡਾਇਰ ਨੇ ਸਿਰਫ ਹੁਕਮ ਦਿੱਤਾ ਸੀ। ਗੋਲੀ ਚਲਾਉਣ ਵਾਲੇ ਕਦੇ ਸਿਪਾਹੀਆਂ ਦੀ ਲਿਸਟ ਆਈ ਹੈ? ਇਸ ਕਰਕੇ ਸਰਕਾਰਾਂ ਜਿਹੜੀਆਂ ਨੇ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਉੱਥੇ ਲੋਕਲ ਜਿਹੜਾ ਹੈ ਉਹਨਾਂ ਨੂੰ ਐਕਸਪਲੋਇਟ ਕਰਦੀ ਹੈ। नहीं पर सरकारां ਨੂੰ ਇਸ ਗੱਲ ਤੋਂ ਵੀ ਕਾਊਂਟ ਹੋਣਗੇ ਨਾ ਅੱਜ ਦੀ ਡੇਟ 'ਚ। ਕਾਂਗਰਸ ਦੀ ਸਰਕਾਰ ਦੇ ਵਿੱਚ ਚਾਹੇ ਸਾਡੀ ਸਰਕਾਰ ਨਾਲ ਨਹੀਂ ਸਾਡੀ ਸਰਕਾਰ ਨਾਲ ਕਨਫਲਿਕਟ ਹੀ ਕੋਈ ਨਹੀਂ ਹੈ ਐਜੀਟੇਸ਼ਨ ਦਾ। ਇਹ ਜਿਹੜਾ ਕਨਫਲਿਕਟ ਹੈ ਕੇਂਦਰ ਸਰਕਾਰ ਨਾਲ ਹੈ, ਪ੍ਰੈਜ਼ੈਂਟ ਕਨਫਲਿਕਟ। ਕੇਂਦਰ ਸਰਕਾਰ ਨੇ ਕਾਨੂੰਨ ਬਣਾਏ ਹੈ, ਉਹਨਾਂ ਨੂੰ ਰੱਦ ਕਰਨ ਵਾਸਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਾਂਗਰਸ ਗਵਰਨਮੈਂਟ ਤਾਂ ਨਾਲ ਖੜੀ ਹੈ, ਕਾਂਗਰਸ ਸਰਕਾਰ ਨਾਲ ਖੜੀ ਹੈ ਕਿਸਾਨਾਂ ਦੀ ਜੈਨੂਇਨ ਡਿਮਾਂਡ ਤੇ, ਲੇਕਿਨ ਇਸ ਗੱਲ ਤੇ ਨਾਲ ਨਹੀਂ ਖੜੀ ਕਿ ਤੁਸੀਂ ਲੋਕਾਂ ਨੂੰ ਭਜਾ ਕੇ ਕੁੱਟੋ। ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਨੂੰਨ ਆਪਣੇ ਹੱਥ 'ਚ ਰਹਿਣ ਵਾਲਿਆਂ ਦੇ ਨਾਲ ਕਦੇ ਵੀ ਕੋਸ਼ਿਸ਼ ਸੂਬੇ ਦੀ ਸਰਕਾਰ ਨੂੰ ਨਾ ਤਾਂ ਖੜਨਾ ਚਾਹੀਦਾ ਹੈ ਤੇ ਨਾ ਹੀ ਕਾਂਗਰਸ ਸਰਕਾਰ ਕਦੇ ਖੜੇਗੀ। ਠੀਕ ਹੈ, ਇਸ ਕਰਕੇ ਕਾਨੂੰਨ ਨੂੰ ਹੱਥ 'ਚ ਨਹੀਂ ਰਹਿਣਾ ਕਿਸੇ ਨੇ। ਠੀਕ ਹੈ, ਮੈਂ ਇਸ ਪੁਆਇੰਟ ਤੇ ਜੈਨੂਇਨ ਡਿਮਾਂਡ ਹੈ ਉਹਨਾਂ ਦੇ ਉੱਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ। ਮੈਂ ਇੱਕ ਵਾਰ ਗੁਰਧਿਆਨ ਜੀ ਦਾ ਰੁਖ ਕਰਦਾ ਹਾਂ, ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਗੁਰਧਿਆਨ ਜੀ। ਗੁਰਧਿਆਨ ਜੀ, ਮੇਰੀ ਆਵਾਜ਼ ਜੇਕਰ ਤੁਹਾਡੇ ਤੱਕ ਪਹੁੰਚ ਰਹੀ ਹੋਵੇ, ਸਮਝਾਓ ਕਿ ਰਾਜਪੁਰਾ ਦੇ ਵਿੱਚ ਅਜਿਹੀ ਕਿਹੜੀ ਸਥਿਤੀ ਬਣ ਗਈ ਸੀ कि उत्थे जाके तुहानू बंधक बनाने पै गए, सवेरे 4 बजे तक उत्थे बंधक बना के रखा गया। क्यों इस तरीके की स्थिति है, इस तरीके का माहौल उत्थे बन गया? देखो जी, जिहड़े भुपेश अग्रवाल के गनमैन ने किसानां ते रिवॉल्वर कढ़िया, एक गल पाओ, दूजी टोटल जथेबंदियां नूं ਉਹਨੇ बहुत गंदियां गालां कढ़ियां। आपां भैण तो वड्डी कोई गाल नहीं हुंदी, भैण दी गाल कढ़ी लोकां नूं, किसानां नूं, पूरी जथेबंदियां नूं। ਇਹਦੇ ਕਰਕੇ ਉੱਥੇ ਦੇ ਯੂਥ ਲੋਕਾਂ ਦਾ ਵਿਰੋਧ ਵੱਧ ਗਿਆ। ਗਾਲ ਕਿਨੇ ਕੱਢੀ? ਭੁਪੇਸ਼ ਅਗਰਵਾਲ ਨੇ ਜੀ। ਉਹਦੇ ਕਰਕੇ ਕੋਈ ਵੀਡੀਓ ਬਣਾਈ ਗਈ ਉਸ ਦੀ ਜਦੋਂ ਗਾਲ ਕੱਢ ਰਿਹਾ ਸੀ ਜਾਂ ਕੋਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰ ਰਿਹਾ ਸੀ? ਦੇਖੋ ਜੀ, ਮੈਂ ਉਸ ਟਾਈਮ ਮੌਕੇ ਪਰ ਨਾਲ ਹੈ ਨਹੀਂ ਤਾਂ, ਪਰ ਜਿਹੜੇ ਲੋਕਾਂ ਨੇ ਵਿਰੋਧ ਕਰਿਆ, ਜਥੇਬੰਦੀਆਂ ਦੇ ਨੁਮਾਇੰਦੇ ਤੇ ਆਪਣਾ ਸਿੱਧੂਪੁਰ ਜਥੇਬੰਦਾ ਨੁਮਾਇੰਦਾ ਤੇ ਜਿਹੜੇ ਮੌਕੇ ਤੇ ਭੁਪੇਸ਼ ਅਗਰਵਾਲ ਦੇ ਮੂੰਹ ਤੇ ਵੀ ਗੱਲ ਕਰੀ ਜਦੋਂ ਮੀਟਿੰਗ ਹੋਈ ਹੈ ਸਾਡੀ, ਵੀ ਤੁਹਾਨੂੰ ਇਹ ਗੱਲ ਸਭ ਆਪਣੀ ਮੰਦੀ ਬੋਲੀ ਆ ਜੀ, ਪਰ ਉਹ ਬੋਲੇ ਵੀ ਨਹੀਂ ਮੈਂ ਸਹੁੰ ਚੱਕ ਦੇਣਾ, ਜੈ ਕਰ ਦੇਣਾ। ਉਹਦੇ ਕਰਕੇ ਚਲੋ ਹੋ ਸਕਦਾ ਮਾੜਾ ਮੋਟਾ ਹੋ ਕਰਿਆ, ਤਾਂ ਹੀ ਕਰਕੇ ਲੋਕਾਂ ਦਾ ਗੁੱਸਾ ਜਾਇਜ਼ ਤੀ ਵੀ ਮਾਫੀ ਮੰਗੋ। ਗੱਲ ਕੋਈ ਵੱਡੀ ਗੱਲ ਨਹੀਂ ਸੀ। ਇਹ ਸਾਡੇ ਪੰਜਾਬ ਦੇ ਵਿੱਚ ਰਹਿੰਦਾ, ਐਵੇਂ ਦਾ ਕਦੇ ਐਡਾ ਕੋਈ ਵਿਰੋਧ ਨਹੀਂ ਹੋਇਆ। ਦੂਜਾ ਵੱਡਾ ਕਾਰਨ ਬਣਿਆ ਹਰਜੀਤ ਗਰੇਵਾਲ ਦੀ ਜਿਹੜੀ ਸ਼ਬਦਾਵਲੀ ਆ,
ਜ਼ਿਆਦਾ ਜਿਹੜਾ, ਕਿਉਂਕਿ ਸਾਡੇ ਲੋਕਾਂ ਨੂੰ ਆ ਵੀ ਗੁੱਸਾ ਹੁੰਦਾ ਜਿਹੜੇ ਪੰਜਾਬ ਦੇ ਲੋਕ ਨੇ, ਇੱਕ ਪੰਜਾਬ ਵਿੱਚ ਰਹਿਣਾ, ਸਾਡੇ ਭਾਈਚਾਰਕ ਸਾਂਝ ਆ, ਸਾਡੇ ਵਿੱਚ ਇਹਨਾਂ ਨੇ ਸਾਰਾ ਰਹਿਣਾ ਆ, ਸਾਡੇ ਇਕੱਠਿਆਂ ਜ਼ਿੰਦਗੀ ਤੇ ਅੱਜ ਤੱਕ ਸਾਡਾ ਕਦੇ ਵਿਰੋਧ ਨਹੀਂ ਹੋਇਆ। ਜਿਹੜਾ ਕਿਸਾਨ ਔਰ ਮਜ਼ਦੂਰ ਆ ਉਹ ਤਾਂ 72 ਸਾਲਾਂ ਤੋਂ ਆਪਣੇ ਖੇਤੀ ਔਰ ਕਿਰਤ ਕੰਨੀ ਧਿਆਨ ਦੇ ਰਿਹਾ। ਕਿਹੜੀ ਟਿੱਪਣੀ ਤੇ ਤੁਹਾਨੂੰ ਇਤਰਾਜ਼ ਹੈ ਗੁਰਧਿਆਨ ਜੀ, ਦੱਸੋ ਨਾ। ਹਰਜੀਤ ਗਰੇਵਾਲ ਦੀ ਕਿਹੜੀ ਟਿੱਪਣੀ ਤੇ ਇਤਰਾਜ਼ ਹੈ ਤੁਹਾਨੂੰ? ਹਰਜੀਤ ਗਰੇਵਾਲ ਕਿਵੇਂ ਤੁਹਾਨੂੰ ਇਤਰਾਜ਼ ਹੈ ਉਹਨਾਂ ਦੀ ਸ਼ਬਦਾਵਲੀ ਤੇ? ਦੇਖੋ ਜੀ, ਸ਼ਬਦਾਵਲੀ ਉਹਨੇ ਚੰਗੀ ਕਿਹੜੀ ਬੋਲੀ ਆ? ਜਦੋਂ ਵੀ ਉਹਨੇ ਬੋਲਿਆ ਵੀ ਇਹ ਤਾਂ ਕਾਨੂੰਨ ਨਹੀਂ ਰੱਦ ਹੁੰਦੇ, ਉਹਦੀ ਭਾਸ਼ਾ ਦੇਖੋ ਵੀ ਕਿੰਨੀ ਮਾੜੀ ਭਾਸ਼ਾ ਬੋਲਦਾ ਕਿਸਾਨਾਂ ਬਾਰੇ, ਲੋਕਾਂ ਬਾਰੇ। ਕਿਉਂਕਿ ਸਾਡੇ ਪੰਜਾਬ ਦਾ ਉਹ ਨੁਮਾਇੰਦਾ, ਉਹ ਜੇ ਜਦੋਂ ਜਿੰਨੇ ਵੀ ਪੰਜਾਬ ਦੀ ਲੀਡਰਸ਼ਿਪ ਆ ਬੀਜੇਪੀ ਦੀ, ਇਹਨਾਂ ਨੂੰ ਕਿਸਾਨਾਂ ਦੇ ਨਾਲ ਲੱਗਣਾ ਚਾਹੀਦਾ ਤਾਂ ਜੋ ਸਾਡਾ ਪੰਜਾਬ ਦੀ ਆਮਣਾ ਚਾਹੇ ਠੀਕ ਹੋ ਸਕੇ। ਠੀਕ ਹੈ, ਕਿਉਂਕਿ ਮੋਦੀ ਦੇ ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਜੇ ਸਰੀਨ ਸਾਹਿਬ ਤੋਂ ਭਾਈ ਜਵਾਬ ਲੈ ਲਈਏ। ਸਰੀਨ ਸਾਹਿਬ, ਦੇਖੋ ਭੁਪੇਸ਼ ਅਗਰਵਾਲ ਦਾ ਜ਼ਿਕਰ ਹੈ ਕਿ ਉਹਨਾਂ ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਤੁਸੀਂ ਕਲੀਨ ਚਿਟ ਦਿੱਤੀ। ਜਦੋਂ ਬੈਠਕ ਚੱਲ ਰਹੀ ਸੀ ਔਰ ਬੈਠਕ ਤੋਂ ਜਦੋਂ ਬਾਹਰ ਆਏ, ਤੁਹਾਡੇ ਬੰਦਿਆਂ ਨੇ ਉਹਨਾਂ ਨੂੰ ਲੰਮੇ ਪਾ ਕੇ ਕੁੱਟਿਆ, ਸੋਟੀਆਂ ਨਾਲ, ਘਸੁੰਨਾਂ ਨਾਲ, ਸਭ ਨਾਲ। ਕੀ ਉਸ ਨੂੰ ਤੁਸੀਂ ਜਾਇਜ਼ ਕਹਿੰਦੇ ਹੋ? ਉਸ ਤੋਂ ਉਹਨੇ ਤਾਂ ਕੁਝ ਨਹੀਂ ਸੀ ਕਿਹਾ, ਉਹ ਤਾਂ ਆਪਣੀ ਮੀਟਿੰਗ ਤੋਂ ਬਾਹਰ ਆਇਆ ਸੀਗਾ, ਤੁਸੀਂ ਉਹਨਾਂ ਨੂੰ ਲੰਮੇ ਪਾ ਕੇ ਕੁੱਟਿਆ। ਨਹੀਂ, ਗਾਲ ਕੱਢਣ ਤੋਂ ਪਹਿਲਾਂ ਦੀ ਗੱਲ ਹੈ। ਨਹੀਂ ਸਮਝਾਓ ਲੋਕਾਂ ਨੂੰ। ਇਹਨਾਂ ਨੇ ਤੁਸੀਂ ਕੀ ਕਹਿ ਰਹੇ ਹੋ? ਮੇਰੀ ਚੀਜ਼ ਦੱਸੋ। ਪਹਿਲਾਂ ਕੁੱਟਿਆ ਇਹਨਾਂ ਨੇ। ਗੌਰਵ ਜੀ, ਇਹਨਾਂ ਨੇ ਲੰਮੇ ਪਾ ਕੇ ਕੁੱਟੇ ਦੋ ਸਾਡੇ ਕਾਰਜਕਰਤਾ, ਜ਼ਿਲ੍ਹਾ ਪ੍ਰਧਾਨ ਵਿਕਾਸ ਔਰ ਭੁਪੇਸ਼ ਨੂੰ। ਤੁਸੀਂ ਤੁਹਾਡੇ ਚੈਨਲ ਤੇ ਵੀਡੀਓ ਦਿਖਾਈ ਗਈ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਸਪਰਾ ਸਾਡਾ ਉੱਥੇ ਦਾ ਕਾਉਂਸਲਰ ਸੀਗਾ, ਉਹਨੂੰ ਕਿਵੇਂ ਕੁੱਟਦੇ ਹੋਏ ਪੁਲਿਸ ਉਹਨੂੰ ਬਚਾ ਰਹੀ ਹੈ, ਔਰ 20-25 ਬੰਦੇ ਉਹਨੂੰ ਕਿਵੇਂ ਕੁੱਟਦੇ ਪਏ ਸੀਗੇ। ਇਹ ਕਿੱਥੇ ਦੀ ਜਾਇਜ਼ ਹੈਗਾ? ਇਹ ਕਿੱਥੇ ਦਾ ਜਾਇਜ਼ ਹੈਗਾ? ਮੈਨੂੰ ਇਹ ਵੀ ਦੱਸੋ ਨਾ। ਗੁਰਧਿਆਨ ਜੀ, ਤੁਸੀਂ ਕਹਿੰਦੇ ਹੋ ਗੁਰਧਿਆਨ ਜੀ, ਤੁਹਾਨੂੰ ਗਾਲ ਦੇ ਉੱਤੇ ਇਤਰਾਜ਼ ਹੈ ਜਾਂ ਸ਼ਬਦਾਂ ਦੇ ਉੱਤੇ ਇਤਰਾਜ਼? ਦੇਖੋ ਬੀਜੇਪੀ ਕਹਿੰਦੀ ਕਿ ਵਰਕਰਾਂ ਨੂੰ ਕੁੱਟਿਆ ਗਿਆ, ਉਸ ਤੋਂ ਬਾਅਦ ਕੋਈ ਗੱਲ ਅੱਗੇ ਵਧੀ ਹੈ? ਨਹੀਂ ਗੌਰਵ ਜੀ, ਦੇਖੋ ਉਹਦੇ ਵਿੱਚ ਜਿਹੜੇ ਕਿਸਾਨ ਨੇ ਹਾਲ ਤੱਕ ਕਦੇ ਵੀ ਇਹੋ ਜਿਹਾ ਕੋਈ ਮਾਹੌਲ ਖਰਾਬ ਨਹੀਂ ਕਰਿਆ। ਆਪਾਂ ਦਿੱਲੀ ਦੇਖ ਸਕਦੇ, 7 ਮਹੀਨੇ ਹੋ ਗਏ। ਦੂਜੇ ਪਾਸੇ ਕਿਧਰੇ ਵੀ ਤੁਸੀਂ ਦੇਖਦੇ ਹੋ ਕਿਸਾਨਾਂ ਤੋਂ ਤਾਂ ਨੌ ਬਦਨਾਮ ਆ, ਕਿਉਂਕਿ ਕਈ ਵਾਰੀ ਇਹ ਪਬਲਿਸਿਟੀ ਲੈਣ ਦੇ ਬਾਰੇ ਭੁਪੇਸ਼ ਅਗਰਵਾਲ ਵੀ ਸਾਡਾ ਮੋਦੀ ਸਰਕਾਰ ਤੱਕ ਨਾ ਪਹੁੰਚ ਸਕੇ, ਤਾਂ ਕਰਕੇ ਵੀ ਆਪਣੇ ਆਪ ਇਹ ਚੀਜ਼ਾਂ ਕਰਾ ਰਹੇ ਨੇ। ਆਹ ਤਾਂ ਇੱਕ ਸਾਡੇ ਅੰਦੋਲਨ ਨੂੰ ਖਰਾਬ ਕਰਨ ਵਾਸਤੇ, ਬਦਨਾਮ ਕਰਨ ਵਾਸਤੇ, ਤਾਂ ਜੋ ਅੰਦੋਲਨ ਲੰਬਾ ਨਾ ਚੱਲ ਸਕੇ। ਇਹ ਸਾਰੇ ਕਾਰਨ ਨੇ। ਨਹੀਂ, ਸਰੀਨ ਸਾਹਿਬ ਇੱਕ ਰਿਐਕਸ਼ਨ ਦੇ ਦਿਓ, ਉਸ ਤੋਂ ਬਾਅਦ ਮੈਂ ਪੰਦੇੜ ਸਾਹਿਬ ਤੋਂ ਰਿਐਕਸ਼ਨ ਲਵਾਂਗਾ। ਮੈਨੂੰ ਇੱਕ ਚੀਜ਼ ਦੱਸੋ, ਮੌਬ ਸਾਹਮਣੇ ਖੜਾ ਹੋਵੇ, ਕੋਈ ਵੀ ਬੰਦਾ ਕਿਸੇ ਨੂੰ ਗਾਲ ਕੱਢ ਸਕਦਾ? ਜਿੱਥੇ ਬੰਦੇ 4 ਹੋਣ, ਦੂਜੇ ਪਾਸੇ 200 ਬੰਦਾ ਖੜਾ ਹੋਵੇ, ਕੋਈ ਬੰਦਾ ਉਹਨਾਂ ਨੂੰ ਗਾਲਾਂ ਕੱਢੇਗਾ? ਕੋਈ ਵੀ ਇਨਸੇਨ ਬੰਦਾ ਵੀ ਨਹੀਂ ਇਹੋ ਜਿਹੀ ਗੱਲਾਂ ਕਰ ਸਕਦਾ। ਦੂਜੀ ਜਾਤ, ਤੁਹਾਡੇ ਸਾਹਮਣੇ ਵੀਡੀਓ ਚੱਲੀ ਹੈ ਗੌਰਵ ਜੀ, ਤੁਸੀਂ ਤੁਹਾਡੇ ਚੈਨਲ ਨੇ ਚਲਾਈਆਂ ਨੇ, ਕਿਸ ਤਰੀਕੇ ਨਾਲ ਇਹਨਾਂ ਦੇ ਸ਼ਰਾਰਤੀ ਅੰਸਰਾਂ ਨੇ ਜਿਹੜਾ ਹੈਗਾ ਵੈ, ਮੈਂ ਮੰਨਦਾ ਕਿਸਾਨ ਨਹੀਂ ਕਰ ਸਕਦਾ, ਲੇਕਿਨ ਇਹਨਾਂ ਦੇ ਕਿਸਾਨੀ ਅੰਦੋਲਨ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ, ਜਿਹੜੇ ਪੋਲੀਟੀਕਲੀ ਪ੍ਰੋਟੈਕਟਿਵ ਹੈਗੇ ਨੇ, ਉਹ ਲੋਕ ਇਹ ਸਾਰੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ। ਮੈਂ ਇੱਥੇ ਪੰਦੇਰ ਸਾਹਿਬ ਨੂੰ ਪੁੱਛਣਾ ਚਾਹੁੰਦਾ। ਪੰਦੇਰ ਸਾਹਿਬ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ। ਗੌਰਵ ਜੀ, ਮੈਨੂੰ ਸਿਰਫ 2 ਮਿੰਟ ਦੇ ਦੇਣਾ। ਮੇਰਾ ਪ੍ਰਸ਼ਨ ਹੈ ਪੰਦੇਰ ਜੀ ਨੂੰ। ਪੰਦੇਰ ਜੀ, ਤੁਸੀਂ ਸਭ ਤੋਂ ਸੀਨੀਅਰ ਲੀਡਰਾਂ ਚੋਂ ਹੈਗੇ ਹੋ, ਸਭ ਤੋਂ ਸੀਨੀਅਰ ਲੀਡਰਾਂ ਚੋਂ ਹੈਗੇ ਹੋ। ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਕਹਿੰਦੇ ਹੋ ਕਾਨੂੰਨ ਮਾੜੇ ਨੇ, ਵਾਪਸ ਹੋਣੇ ਚਾਹੀਦੇ, ਤੁਹਾਡਾ ਆਪਣਾ ਮਤ ਹੋ ਸਕਦਾ। ਮੇਰਾ ਇੱਕ ਪ੍ਰਸ਼ਨ ਹੈ, 2006 ਦੇ ਜੋ APMC ਐਕਟ ਅਮੈਂਡ ਕੀਤਾ, ਪ੍ਰਾਈਵੇਟ ਮਾਰਕੀਟ ਯਾਰਡ ਲਿਆਂਦੀ, ਉਹਦੇ ਬਾਅਦ 2017 ਚ APMC ਐਕਟ ਅਮੈਂਡ ਕੀਤਾ। ਨਹੀਂ, ਪੁਰਾਣੀਆਂ ਨਹੀਂ ਆ। ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਇਹਦੇ ਨਾਲ ਲਿੰਕਡ ਹੈਗਾ ਵਾ। ਨਾ, ਪੁਰਾਣੀਆਂ ਨਹੀਂ ਮੈਂ ਕਰ ਰਿਹਾ ਸਰ। ਮੇਰਾ ਪ੍ਰਸ਼ਨ ਪੂਰਾ ਸੁਣ ਲਓ ਪੰਦੇਰ ਜੀ, ਤੁਸੀਂ ਉਹਦਾ ਜਵਾਬ ਦੇ ਦਿਓ। ਇਹ ਸਾਰਿਆਂ ਨੂੰ ਪਤਾ ਹੈ ਸਰੀਨ ਸਾਹਿਬ, ਇਹ ਸਾਰਿਆਂ ਨੂੰ ਪਤਾ ਜੋ ਤੁਸੀਂ ਕਹਿ ਰਹੇ ਹੋ। ਨਹੀਂ, ਇਹਦੇ ਤੇ ਹਜ਼ਾਰਾਂ ਵਾਰੀ ਅਸੀਂ ਜਵਾਬ ਦੇ ਚੁੱਕੇ ਹਾਂ। ਮੇਰਾ ਪ੍ਰਸ਼ਨ ਤਾਂ ਸੁਣ ਲਓ। 2017 ਦੇ APMC ਐਕਟ ਆ ਗਿਆ, 2013 ਚ ਕੰਟਰੈਕਟ ਫਾਰਮਿੰਗ ਐਕਟ ਆਇਆ, 16 ਅਪ੍ਰੈਲ 2013 ਨੂੰ ਜਿਹੜਾ ਕੰਟਰੈਕਟ ਫਾਰਮਿੰਗ ਐਕਟ ਪੰਜਾਬ ਦੇ ਵਿੱਚ ਲਾਗੂ ਹੋਇਆ, ਉਹਦੇ ਚ ਕਲੌਜ਼ ਨੰਬਰ 25 ਦੇ ਵਿੱਚ ਕਿਸਾਨ ਨੂੰ 1 ਮਹੀਨੇ ਦੀ ਕੈਦ ਤੇ 5 ਲੱਖ ਜੁਰਮਾਨਾ, ਔਰ ਕਲੌਜ਼ ਨੰਬਰ 26 ਚ ਸਿਵਲ ਕੋਰਟ 'ਚ ਨਹੀਂ ਜਾ ਸਕਦਾ। ਜਦੋਂ ਉਹ ਕਲੌਜ਼ਸ ਆਈਆਂ ਸੀਗੀਆਂ, ਉਦੋਂ ਤੁਸੀਂ ਕਿੱਥੇ ਸੀਗੇ? ਕੀ ਉਦੋਂ ਤੁਹਾਡੀ ਜਥੇਬੰਦੀਆਂ ਹੈ ਨਹੀਂ ਸੀਗੀਆਂ? ਉਦੋਂ ਤੁਸੀਂ ਵਿਰੋਧ ਨਾ ਕੀਤਾ। ਅੱਜ ਤੁਸੀਂ ਵਿਰੋਧ ਕਰਦੇ ਪਏ ਜੋ ਤੁਹਾਡੇ ਹੱਕ ਦਾ ਕਾਨੂੰਨ ਹੈ, ਅਸੀਂ ਕਹਿੰਦੇ ਆ। ਤੁਸੀਂ ਉਦੋਂ ਕਿਉਂ ਨਹੀਂ ਵਿਰੋਧ ਕੀਤਾ? ਮੈਨੂੰ ਇਹ ਮੇਰਾ ਪ੍ਰਸ਼ਨ ਇਸ ਚੀਜ਼ ਦਾ ਹੈਗਾ। 2013 ਦੇ ਵਿੱਚ ਜਦੋਂ ਕਿਸਾਨ ਨੂੰ ਜੇਲ੍ਹ ਭੇਜਣ ਦੇ ਪ੍ਰਾਵਧਾਨ ਆਏ ਸੀਗੇ, ਸਨੀ ਸਾਹਿਬ ਆਪਾਂ ਗੱਲ ਤਾਂ ਕਈ ਵਾਰ ਇਸ ਮੁੱਦੇ ਉੱਤੇ ਕਰ ਚੁੱਕੇ, ਮੈਂ ਫਿਰ ਵੀ ਜਵਾਬ ਲੈ ਲੂੰਗਾ। ਪੰਦੇਰ ਸਾਹਿਬ, ਮੈਨੂੰ ਇਹ ਦੱਸੋ, ਤੁਸੀਂ ਇੱਕ ਵੀ ਐਜੀਟੇਸ਼ਨ ਕੀਤੀ ਉਸ ਵੇਲੇ? ਇਹ ਕੋਈ ਆਰਗੂਮੈਂਟ ਨਹੀਂ ਸਰੀਨ ਸਾਹਿਬ, ਨਹੀਂ ਆਰਗੂਮੈਂਟ ਨਹੀਂ ਆਰਗੂਮੈਂਟ, ਤੂੰ ਜਵਾਬ ਦਿਓ ਨਾ। ਪੰਜਾਬ ਦੀ ਆਰਗੂਮੈਂਟ ਨਹੀਂ ਹੈ ਸਰੀਨ ਸਾਹਿਬ। 2013 ਚ ਤੁਸੀਂ ਕਿਹੜੀ ਐਜੀਟੇਸ਼ਨ ਕੀਤੀ ਜਦੋਂ ਤੁਹਾਡੇ ਸਰੀਨ ਸਾਹਿਬ ਪੰਜਾਬ ਦੀ ਲਿਆਂਦਾ ਗਿਆ ਸੀਗਾ? ਠੀਕ ਹੈ ਸਰੀਨ ਸਾਹਿਬ, ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਲੈ ਲਈਏ, ਸਮਾਂ ਖਰਾਬ ਨਾ ਹੋਵੇ। ਪੰਦੇਰ ਸਾਹਿਬ, ਹੁਣ ਦੇਣਾ ਜੀ। ਦੇਖੋ APMC ਐਕਟ ਦੇ ਵਿੱਚ 1998 ਤੋਂ ਲੈ ਕੇ 5, 6, 13 ਜਾਂ 17 ਜਿੰਨੀਆਂ ਵੀ ਸੋਧਾਂ ਹੋਈਆਂ, ਅਸੀਂ ਉਹਨਾਂ ਸੋਧਾਂ ਨਾਲ ਕਿਸੇ ਨਾਲ ਸਹਿਮਤ ਨਹੀਂ ਹੈ। ਦੂਸਰਾ,
ਉਵੇਂ ਜਿਹੜੀਆਂ ਸਟੇਟ ਸਰਕਾਰਾਂ ਨੇ APMC ਐਕਟ ਵਿੱਚ ਸੋਧਾਂ ਕੀਤੀਆਂ ਉਹ ਅੱਡ ਕਰਕੇ, ਜਾਂ ਜਿਹੜੇ ਤੁਸੀਂ ਕਾਨੂੰਨ ਲਿਆ ਕੇ ਲੈਂਦੇ ਪ੍ਰਾਈਵੇਸ਼ਨ ਲਈ, ਦੋਵਾਂ ਦਾ ਕੋਈ ਤੁਲਨਾਤਮਕ ਅਧਿਐਨ ਨਹੀਂ ਕਰ ਸਕਦੇ। ਅੱਡ ਚੀਜ਼ਾਂ ਨੇ। ਉਹ ਸਰਕਾਰੀ ਮੰਡੀ ਵਿੱਚ ਨਿਵੇਸ਼ ਨਿੱਜੀ ਵਪਾਰੀਆਂ ਨੂੰ ਲਿਆਉਣ ਦਾ ਇੱਕ ਪੱਖ ਆ, ਇੱਧਰ ਪੂਰਾ ਪ੍ਰਾਈਵੇਸ਼ਨ ਆ। ਤੁਸੀਂ ਜਦੋਂ ਮਰਜ਼ੀ ਡਿਬੇਟ ਕਰ ਲਿਓ ਇਸ ਮੁੱਦੇ ਤੇ, ਅਸੀਂ ਜਵਾਬ ਦੇਣ ਨੂੰ ਤਿਆਰ ਆ। ਸੈਕੰਡਲੀ, ਦੂਸਰਾ, ਜਿੱਥੋਂ ਤੱਕ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਆ। ਪੰਜਾਬ ਸਰਕਾਰ ਦਾ ਕੰਮ ਹੈ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨਾ। ਉਹਨਾਂ ਨੂੰ ਸਾਰੀਆਂ ਇਨਪੁਟਸ ਹੈਗੀਆਂ ਨੇ ਵੀ ਪੰਜਾਬ ਦਾ ਮਾਹੌਲ ਕਿਹੋ ਜਿਹਾ, ਕਿਸਾਨਾਂ ਦਾ ਅੰਦੋਲਨ ਕਿੱਦਾਂ ਚੱਲ ਰਿਹਾ, ਇਹ ਕਿੱਥੇ ਮੀਟਿੰਗਾਂ ਕਰਦੇ ਆ। ਜੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਤੇ ਤੁਹਾਡੀ ਇੰਨੀ ਪਕੜ ਆ, ਤੁਸੀਂ ਇਹਨਾਂ ਨੂੰ ਮੀਟਿੰਗਾਂ ਕਰ ਨਾ ਦਿਓ, ਇਸ ਮਾਹੌਲ ਨੂੰ ਇੱਥੋਂ ਤੱਕ ਪਹੁੰਚਣ ਨਹੀਂ ਨਾ ਦਿਓ ਕਿ ਇੱਥੋਂ ਤੱਕ ਮਾਹੌਲ ਪਹੁੰਚੇ, ਨਹੀਂ ਚਾਹੀਦਾ। ਚਲੋ, ਸੈਕੰਡਲੀ ਮੇਰੇ ਇਹ ਤੋਂ ਕਿ ਜਿੰਨਾ ਭਾਜਪਾ ਨੇ ਆਪਣੇ ਸਾਥੀਆਂ ਬਾਰੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਗਏ, ਗਵਰਨਰ ਨੂੰ ਦੇਣਗੇ, ਜੇ ਪੰਜਾਬ ਬਦਲੇ ਖੜ ਕੇ ਪ੍ਰਧਾਨ ਮੰਤਰੀ ਨੂੰ ਤੁਸੀਂ ਦਬਾਅ ਪਾਉਂਦੇ ਹੋ, ਸ਼ਾਇਦ ਮਸਲਾ ਹੱਲ ਹੋ ਜਾਂਦਾ ਸਾਡਾ। ਚਲੋ ਠੀਕ ਹੈ, ਤੁਹਾਨੂੰ ਵੀ ਸਮਝ ਆ ਰਹੀ ਹੈ। ਜੀ ਚਲੋ ਆਪਾਂ ਰਿਐਕਸ਼ਨ ਲੈ ਲਈਏ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਸਰੀਨ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਮੈਂ ਇਹਦਾ ਇੱਕ ਹੋਰ ਐਡ ਕਰ ਦਵਾਂ, ਇਹ ਚੀਜ਼ਾਂ ਐਕਸਪਲੇਨ ਨਾ ਚਲੀਆਂ ਜਾਣ, ਇਹ ਸਥਿਤੀ ਬਹੁਤ ਹੱਥੋਂ ਬਾਹਰ ਨਾ ਹੋ ਜਾਏ ਤਾਂ ਤੁਸੀਂ ਕੁਝ ਕਰ ਰਹੇ ਹੋ। ਪੰਦੇਰ ਸਾਹਿਬ, ਮੇਰਾ ਤੁਹਾਨੂੰ ਹੁਣ ਵੀ ਖੁੱਲਾ ਸੱਦਾ, ਬੋਲੋ ਸਵੇਰੇ ਚੱਲਣਾ ਮੰਤਰੀ ਜੀ ਕੋਲ ਬੈਠਣ ਵਾਸਤੇ। ਆਪਣਾ ਜੈਸਨੋ ਦਾ ਚੱਕਰ ਛੱਡ ਦਿਓ, ਖੁੱਲੇ ਮਨ ਨਾਲ ਗੱਲ ਕਰੋ, ਆਪਾਂ ਸਵੇਰੇ ਮਸਲੇ ਦਾ ਹੱਲ ਕਰਾਂਗੇ। ਬੋਲੋ ਤਿਆਰ ਹੋ ਸਵੇਰੇ ਜਾਣ ਨੂੰ? ਜੈਸਨੋ ਤੋਂ ਬਾਹਰ ਆਓ, ਕਹਿੰਦੇ ਆ ਚਿੱਠੀਆਂ, ਜੈਸਨੋ ਤੋਂ ਬਾਹਰ ਆਓ, ਜੈਸਨੋ ਤੋਂ ਬਾਹਰ ਆਓ। ਇਹ ਨਹੀਂ ਵਾਪਸ ਕਰਨੇ ਤੇ ਗੱਲ ਕਰਨੀ, ਨਹੀਂ ਤੇ ਨਹੀਂ ਕਰਨੀ। ਇੱਥੋਂ ਬਾਹਰ ਆਓ, ਮੈਂ ਸਵੇਰੇ ਗੱਲ ਕਰਾਣਾ, ਮੈਂ ਤੁਹਾਨੂੰ ਖੁੱਲੇ ਮਨ ਨਾਲ ਕਹਿਣਾ। ਖੁੱਲੇ ਮਨ ਨਾਲ ਤੁਸੀਂ ਆਓ, ਖੁੱਲੇ ਮਨ ਨਾਲ ਸਰਕਾਰ ਜੈਸਨੋ ਤੋਂ ਬਾਹਰ ਆਓ ਤਾਂ ਕਹਿੰਦੇ ਕਿ ਗੱਲ ਤਾਂ ਸ਼ੁਰੂ ਕਰੋ, ਫਿਰ ਅੱਗੇ ਕੋਈ ਪ੍ਰਪੋਜ਼ਲ ਆਏਗਾ, ਆਪਾਂ ਗੱਲ ਕਰ ਲਾਂਗੇ। ਪ੍ਰਪੋਜ਼ ਕਰੇਗੀ ਪੰਦੇਰ ਸਾਹਿਬ ਕਰੋ ਤਿਆਰੀ। ਗੌਰਵ ਜੀ, ਇਹ ਕਹਿੰਦੇ ਗੱਲ ਹੀ ਉਸ ਤੇ ਕਰਨੀ ਜਦ ਵਾਪਸ ਹੋਣੇ ਤੇ ਗੱਲ ਕਰਨੀ। ਠੀਕ ਹੈ, ਸੁਣ ਲਓ ਸਰ, ਸੁਣ ਲਓ। ਪੰਦੇਰ ਸਾਹਿਬ, ਮੈਨੂੰ ਲੱਗਦਾ ਤੁਸੀਂ ਤਾਂ ਇਸ ਸਮੇਂ ਮੌਜੂਦ ਵੀ ਸਿੰਘੂ ਬਾਰਡਰ ਤੇ ਹੀ ਹੋ, ਤਾਂ ਸਰੀਨ ਸਾਹਿਬ ਦਿੱਲੀ ਆ ਜਾਣਗੇ, ਤੁਸੀਂ ਤਾਂ ਦਿੱਲੀ ਜਾਣ ਨੂੰ ਤੁਹਾਨੂੰ ਜ਼ਿਆਦਾ ਟਾਈਮ ਲੱਗਣਾ ਨਹੀਂ। ਅਸੀਂ ਤਾਂ ਪ੍ਰਧਾਨ ਮੰਤਰੀ ਜੀ ਦੇ ਲਾਗੇ ਬੈਠੇ ਆ, ਕੱਲ ਨੂੰ ਇਲੈਕਸ਼ਨ ਚ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਕੋ ਜਾਣਾ, ਹੁਣ ਵੀ ਅਸੀਂ ਲਾਗੇ, ਅਸੀਂ ਦੇਸ਼ ਦੇ ਵਾਸੀਆਂ ਇੱਥੋਂ ਦੇ ਕਿਸਾਨ ਉਹ ਤੇ ਹੈ ਕਿ ਸਾਡੇ ਭਰਾਓ ਪਾ ਕੇ ਤੇ ਇਹਨਾਂ ਅਣਖ ਦਾ ਸਵਾਲ ਨਾ ਬਣਾਈਏ ਤੇ ਆਪਾਂ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣੀਏ। ਗੌਰਵ ਜੀ, ਅਸੀਂ ਕਿਸਾਨਾਂ ਦੇ ਠੀਕ ਹੈ, ਮੇਰੇ ਕੋਲ ਸਮਾਂ ਬਹੁਤ ਪੂਰਾ, ਪਰ ਮੈਂ ਕਿੰਗਰਾ ਸਾਹਿਬ ਦਾ ਇੱਕ ਰਿਐਕਸ਼ਨ ਜ਼ਰੂਰ ਲੈਣਾ। ਮੈਂ ਗੌਰਵ ਜੀ ਇੱਕ ਗੱਲ ਕਹਿ ਰਿਹਾ, ਜੋ ਬੀਜੇਪੀ ਦੀ ਮੈਂ ਠੀਕ ਹੈ ਸਰੀਨ ਜੀ, ਕੰਪਲੀਟ ਕਰ ਲਓ ਤੁਸੀਂ। ਹਾਂ, ਬਹੁਤ ਘੱਟ ਟਾਈਮ ਹੈ ਆਪਣੇ ਕੋਲ। ਪੰਦੇਰ ਸਾਹਿਬ, ਮੇਰਾ ਹੁਣ ਵੀ ਤੁਹਾਨੂੰ ਬੇਨਤੀ ਹੈ, ਤੁਸੀਂ ਸਾਡੇ ਹੋ, ਆਪਾਂ ਸਾਰੇ ਭੈਣ ਭਰਾ ਵਾ ਸਾਰੇ ਪੰਜਾਬੀ। ਮੈਂ ਹੁਣ ਵੀ ਤੁਹਾਨੂੰ ਕਹਿਣਾ, ਜੈਸਨੋ ਤੋਂ ਬਾਹਰ ਆਓ, ਮੈਂ ਸਵੇਰੇ ਮੀਟਿੰਗ ਕਰਾ ਦੇਣਾ। ਤੁਸੀਂ ਜੈਸਨੋ ਤੋਂ ਬਾਹਰ ਆਓ, ਇਹ ਨਾ ਕਹੋ ਕਿ ਜੇ ਰੱਦ ਕਰਨ ਤੇ ਗੱਲ ਕਰਨੀ ਤੇ ਕੋਈ ਨਾ ਕਰੋ। ਮੇਰੀ ਬੇਨਤੀ ਹੈ, ਪੰਦੇਰ ਸਾਹਿਬ ਦੱਸ ਦਿਓ ਜੈਸਨੋ ਤੋਂ ਬਾਹਰ ਆ ਰਹੇ ਨਹੀਂ ਆ ਰਹੇ। ਆਓ ਆਪਾਂ ਸਵੇਰੇ ਗੱਲ ਕਰਦੇ ਹਾਂ, ਪੰਦੇਰ ਸਾਹਿਬ ਸਾਰੇ ਮਸਲੇ ਹੱਲ ਕਰਾਂਗੇ। ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ। ਸਰੀਨ ਸਾਹਿਬ ਸੁਣ ਲਓ, ਤੁਸੀਂ ਪੇਸ਼ਕਸ਼ ਦੇ ਰਹੇ ਹੋ ਇੱਕ ਤਰੀਕੇ ਦੀ ਨਾ ਪੰਦੇਰ ਸਾਹਿਬ, ਖੁੱਲਾ ਨਿਮੰਤਰਣ। ਹਾਂ, ਮੈਂ ਤਾਂ ਇਹ ਬੇਨਤੀ ਕਰ, ਤੁਸੀਂ ਦੱਸੋ ਵੀ ਜੈਸਨੋ ਕਿੰਨੇ ਕਿਹਾ? ਅਸੀਂ ਤਾਂ ਚਿੱਠੀ ਲਿਖੀ ਵੀ ਜੇ ਸਰਕਾਰ ਗੱਲ ਕਰਨਾ ਚਾਹੁੰਦੀ ਆ, ਅਸੀਂ ਤਿਆਰ ਆ, ਬਗੈਰ ਗੱਲ ਹੋਵੇ। ਮਤਲਬ ਗੱਲ ਇਹ ਨਹੀਂ ਪੰਦੇਰ ਸਾਹਿਬ, ਗੱਲ ਇਹ ਕਿ ਤੁਸੀਂ ਜੈਸਨੋ ਤੋਂ ਅੱਗੇ ਗੱਲ ਕਰਨ ਨੂੰ ਤਿਆਰ ਹੋ। ਨਹੀਂ ਠੀਕ ਹੈ, ਛੱਡ ਦੋ ਸਰ, 5 ਮਹੀਨੇ ਪੁਰਾਣੀ ਗੱਲ ਹੋ ਗਈ। ਸਰੀਨ ਸਾਹਿਬ, ਪੰਦੇਰ ਸਾਹਿਬ, ਜੈਸਨੋ ਤੋਂ ਅੱਗੇ ਗੱਲ ਕਰਨ ਨੂੰ ਤਿਆਰ ਹੋ ਤੁਸੀਂ? ਚਿੱਠੀ ਦੇ ਵਿੱਚ ਸਰਕਾਰ ਦਊਗੀ, ਜਾਵਾਂ ਗੱਲ ਕਰਾਂ, ਮਸਲਾ ਹੱਲ ਹੋਵੇ ਨਾ ਹੋਵੇ, ਗੱਲਬਾਤ ਤੋਂ ਕੁਝ ਨਹੀਂ ਪਤਾ, ਜਾਵਾਂ। ਜੇ ਜਾ ਕੇ ਤਖਤੀਆਂ ਜੈਸਨੋ ਦੀ ਲੈਣੀ ਪਹੁੰਚ ਗਈ ਹੋਏਗੀ, ਉਹ ਕਹਿ ਰਹੇ ਕਿ ਮਸਲਾ ਹੱਲ ਹੋਵੇ ਨਾ ਹੋਵੇ, ਗੌਰਵ ਜੀ ਗੱਲਬਾਤ ਜਾਰੀ ਰੱਖੋ। ਉੱਥੇ ਜਾ ਕੇ ਤਖਤੀਆਂ ਜੈਸਨੋ ਦੀ ਲਾਣੀ ਹੈ ਤੇ ਗੱਲਬਾਤ ਕਿਵੇਂ ਅੱਗੇ ਵਧੇਗੀ? ਐਵੇਂ ਨਾ ਕਰੋ ਸਰ, ਦੋਵੇਂ ਪਾਸੇ ਸ਼ਰਤਾਂ ਹੋ ਗਈਆਂ ਨਾ। ਤੁਸੀਂ ਕਹਿ ਰਹੇ ਹੋ ਜੈਸਨੋ ਨੂੰ ਛੱਡੋ, ਉਹ ਕਹਿ ਰਹੇ ਕਿ ਗੱਲਬਾਤ ਸਿਰੇ ਚੜੇ ਨਾ ਚੜੇ ਕੋਈ ਦਿੱਕਤ ਨਹੀਂ। ਮੈਂ ਕਹਿੰਦਾ ਕੋਈ ਸ਼ਰਤ ਨਹੀਂ, ਇਹ ਕਹਿੰਦੇ ਨੇ ਕਿ ਅਸੀਂ ਦੋਵੇਂ ਪਾਸੇ ਸ਼ਰਤਾਂ ਵਾਲੀ ਸਥਿਤੀ ਬਣੀ। ਇਹ ਕਰ ਲੋ, ਪਰ ਕਾਨੂੰਨ ਰੱਦ ਨਹੀਂ ਹੋਣੇ। ਦੱਸੋ ਇਹ ਕੀ ਆ? ਇਹ ਕੀ ਹੈ? ਸ਼ਰਤ ਹੋ ਗਈ ਨਾ ਸਰੀਨ ਸਾਹਿਬ ਕਿ ਗੱਲ ਕਰ ਲੋ, ਕਾਨੂੰਨ ਰੱਦ ਨਹੀਂ ਹੋਣੇ। ਨਹੀਂ ਸ਼ਰਤ ਹੋ ਗਈ ਨਾ ਫਿਰ। ਨਹੀਂ, ਸ਼ਰਤ ਇਹਨਾਂ ਨੇ ਰੱਖੀ ਕਾਨੂੰਨ ਰੱਦ ਹੀ ਕਰਨੇ ਆ। ਅਸੀਂ ਤਾਂ ਕਹਿੰਦੇ ਆ ਕਾਨੂੰਨ 'ਚ ਤੁਹਾਨੂੰ ਕੋਈ ਕਮੀ ਲੱਗਦੀ ਹੈ, ਤੁਸੀਂ ਵੀ ਖੁੱਲੇ ਮਨ ਨਾਲ ਕਹੋ ਕਿ ਆਓ, ਜੇ ਤੁਹਾਡਾ ਪਲੜਾ ਗੱਲਾਂ 'ਚ ਭਾਰੀ ਹੋਏਗਾ ਤਾਂ ਕਾਨੂੰਨ ਰੱਦ ਕਰ ਦਾਂਗੇ, ਜੇ ਅਸੀਂ ਸਮਝਾਉਣ 'ਚ ਕਾਮਯਾਬ ਰਹੇ ਤਾਂ ਨਹੀਂ ਕਰਾਂਗੇ। ਪੰਦੇਰ ਸਾਹਿਬ ਬੜੇ ਖੁੱਲੇ ਮਨ ਨਾਲ ਕੇਂਦਰ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ 15 ਮਹੀਨੇ ਲਈ ਇਹਨੂੰ ਪਾਸੇ ਰੱਖ ਦਿੰਦੇ ਆ।
5 ਬੰਦੇ ਤੁਹਾਡੇ ਬਹਿ ਜਾਣ, 5 ਸਰਕਾਰ ਦੇ ਬਹਿ ਚਲੋ ਜਾਣ, ਠੀਕ ਹੈ ਸਾਰਾ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਮੈਨੂੰ ਵਾਈਂਡ ਅਪ ਕਰਨਾ ਹੋਗਾ ਕਿੰਗਰਾ ਸਾਹਿਬ ਕੁਝ ਕਹਿਣਾ ਵੀ ਚਾਹ ਰਹੇ ਨੇ ਕਿੰਗਰਾ ਸਾਹਿਬ ਐਕਸਟ੍ਰੀਮ ਕੰਡੀਸ਼ਨ ਨਾ ਹੋਵੇ ਕਿ ਮੀਟਿੰਗਾਂ ਦੇ ਉੱਤੇ ਪੰਜਾਬ ਸਰਕਾਰ ਸੋਚ ਰਹੀ ਹੈ ਕੋਈ ਸਮਝਾਇਆ ਜਾਵੇ ਬੀਜੇਪੀ ਵਾਲਿਆਂ ਨੂੰ ਕਿ ਨਾ ਕਰੋ ਜਾਂ ਇਸ ਤਰੀਕੇ ਦੀ ਕੋਈ ਕੰਡੀਸ਼ਨ ਦੇਖੋ ਗੌਰਵ ਜੀ ਮੈਨੂੰ ਪੁੱਛਿਆ ਜੀ ਜੀ ਕਿੰਗਰਾ ਸਾਹਿਬ ਹਾਂ ਗੌਰਵ ਜੀ ਇਸ ਤਰ੍ਹਾਂ ਹੈ ਦੇਖੋ ਅਸੀਂ ਫਲੈਗ ਮੀਟਿੰਗਾਂ ਕਰਦੇ ਹਾਂ ਪਾਕਿਸਤਾਨ ਨਾਲ ਬੈਠ ਕੇ ਜਿੱਥੇ ਅਸੀਂ ਲੜਾਈਆਂ ਵੀ ਲੜੀਆਂ ਅਸੀਂ ਆ ਗਲਵਾਨ ਦੇ ਵਿੱਚ ਕੀ ਹੋਇਆ ਚੀਨ ਨਾਲ ਬੈਠ ਕੇ ਮੀਟਿੰਗਾਂ ਕਰਦੇ ਹਾਂ ਕਦੇ ਡਿਫੈਂਸ ਮਿਨਿਸਟਰ ਦੇ ਲੈਵਲ ਤੇ ਕਰਦੇ ਹਾਂ ਕਦੇ ਜਰਨੈਲਾਂ ਦੇ ਲੈਵਲ ਤੇ ਕਰਦੇ ਹਾਂ ਕਦੇ ਫੋਰਨ ਮਿਨਿਸਟਰ ਦੇ ਲੈਵਲ ਤੇ ਕਰਦੇ ਹਾਂ ਦੇਖੋ ਜ਼ਰੂਰੀ ਨਹੀਂ ਹੈ ਗੱਲਬਾਤਾਂ ਇਹ ਗੱਲਬਾਤ ਤਾਂ ਚੱਲਣੀ ਚਾਹੀਦੀ ਹੈ ਭਾਵੇਂ ਐਜੀਟੇਸ਼ਨ ਚੱਲੀ ਜਾਵੇ ਨਾਲ ਦੀ ਨਾਲ ਔਰ ਦੂਜੀ ਗੱਲ ਜਿਹੜੀ ਹੈ ਤੁਸੀਂ ਇਹ ਕਹਿ ਦੇਣਾ ਕਿ ਕਾਨੂੰਨ ਵਾਪਸ ਨਹੀਂ ਹੋਣਗੇ ਤੇ ਗੱਲ ਕਰੋ ਤੁਸੀਂ ਜਦੋਂ ਕਹਿੰਦੇ ਹੋ ਕਿ ਅਸੀਂ ਕਮੇਟੀ ਬਣਾਉਣੇ ਆ ਮੈਂ ਕਹਿੰਦਾ ਜਿਹੜੀ ਕਮੇਟੀ ਬਣਦੀ ਹੈ ਜੇ ਕੱਲ ਨੂੰ ਉਹ ਕਮੇਟੀ ਰਿਕਮੈਂਡ ਕਰਦੇ ਦੇਖੋ ਪਹਿਲੀ ਗੱਲ ਤਾਂ ਕਮੇਟੀ ਬਹੁਤ ਗਲਤ ਬਣੀ ਸੀ ਉਹ ਕਮੇਟੀ ਜਿਹੜੀ ਬਣਾਉਣੀ ਚਾਹੀਦੀ ਹੈ ਉਹਦੇ ਚ 5 ਬੰਦੇ ਕਿਸਾਨਾਂ ਦੇ ਹੋਣ 5 ਬੰਦੇ ਕੇਂਦਰ ਸਰਕਾਰ ਦੇ ਹੋਣ 1-2 ਇੰਡੀਪੈਂਡੈਂਟ ਬੰਦੇ ਹੋਣ ਉਸ ਤੋਂ ਬਾਅਦ ਉਹ ਕਮੇਟੀ ਫਰਜ਼ ਕਰ ਲਓ ਜੇ ਕੱਲ ਨੂੰ ਕਹਿ ਦਿੰਦੀ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਹੈ ਕੀ ਕੇਂਦਰ ਸਰਕਾਰ ਕਾਨੂੰਨ ਰੱਦ ਕਰਨ ਨੂੰ ਤਿਆਰ ਹੈ ਇਹ ਬੜਾ ਵੱਡਾ ਸਵਾਲ ਹੈ ਠੀਕ ਹੈ ਜੇ ਉਹ ਕਮੇਟੀ ਦੇ ਕਹਿਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਕਹਿੰਦੀ ਹੈ ਕਮੇਟੀ ਦਾ ਮੈਂਡੇਟ ਕਾਨੂੰਨ ਰੱਦ ਕਰਨਾ ਨਹੀਂ ਹੋਏਗਾ ਬਾਕੀ ਜੋ ਮਰਜ਼ੀ ਕਰ ਲਓ ਫਿਰ ਤਾਂ ਭਾਈ ਇਹ ਫਿਰ ਡੈਡਲੌਕ ਬੜਾ ਡਿਫਰੈਂਟ ਹੈ ਇਹ ਡੈਡਲੌਕ ਕਿਤੇ ਵਾਇਲੈਂਟ ਨਾ ਹੋ ਜੇ ਮੈਨੂੰ ਇਹੀ ਡਰ ਹੈ ਦੇਸ਼ ਦੇ ਵਿੱਚ ਕਈ ਲੋਕਾਂ ਦਾ ਇਹ ਤੇ ਦੇਖੋ ਪਾਰਟੀ ਬੋਰੀ ਦਾ ਬਹੁਤ ਲੋਕਾਂ ਨੂੰ ਭਾਅ ਹੁੰਦਾ ਹੈ ਇਸ ਐਜੀਟੇਸ਼ਨ ਤੋਂ ਬਹੁਤ ਲੋਕ ਆਪਦਾ ਰੋਜ਼ੀ ਰੋਟੀ ਕਮਾ ਰਹੇ ਆ ਇਸ ਐਜੀਟੇਸ਼ਨ ਤੋਂ ਬਹੁਤ ਸਾਰੇ ਲੋਕ ਪੋਲੀਟੀਕਲ ਫਾਇਦਾ ਉਠਾ ਰਹੇ ਆ ਇਸ ਐਜੀਟੇਸ਼ਨ ਤੋਂ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਕੋਈ ਪੁੱਛਦਾ ਨਹੀਂ ਸੀ ਉਹ ਆਪਦੇ ਆਪ ਨੂੰ ਲੀਡਰ ਬਣਨ ਦੀ ਕੋਸ਼ਿਸ਼ ਕਰ ਰਹੇ ਆ ਇਸ ਐਜੀਟੇਸ਼ਨ ਦੇ ਵਿੱਚੋਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਜਿਸ ਤਰ੍ਹਾਂ ਅੱਗੇ ਪੰਜਾਬ ਨੇ ਇੱਥੇ ਵੇਖਿਆ ਬਹੁਤ ਬੁਰਾ ਸਮਾਂ ਇਹ ਨਾ ਹੋਵੇ ਇਹ ਐਜੀਟੇਸ਼ਨ ਲੋਕਾਂ ਦੇ ਹੱਥਾਂ ਚੋਂ ਨਿਕਲ ਜੇ ਸਰਕਾਰ ਦੇ ਹੱਥਾਂ ਚੋਂ ਨਿਕਲ ਜੇ ਬਿਲਕੁਲ ਇਹਨੂੰ ਰੋਕ ਕੇ ਰੱਖੋ ਜਿੰਨਾ ਰੋਕ ਸਕਦੇ ਹੋ ਚਿੰਤਾ ਦੇ ਨਾਲ ਇਹੀ ਟੈਨਸ਼ਨ ਦੇ ਨਾਲ ਕਿ ਸਥਿਤੀ ਹੱਥੋਂ ਨਿਕਲ ਨਾ ਜਾਵੇ ਆਪਾਂ ਉਸ ਤੋਂ ਪਹਿਲਾਂ ਹੀ ਗੱਲ ਕਰੀਏ ਚਾਹੇ ਸਟੇਟ ਗਵਰਨਮੈਂਟ ਹੋਵੇ ਸੈਂਟਰ ਗਵਰਨਮੈਂਟ ਹੋਵੇ ਜਾਂ ਕਿਸਾਨ ਆਗੂ ਹੋਣ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਚਰਚਾ ਦੇ ਵਿੱਚ ਜੁੜਨ ਦੇ ਲਈ ਸ਼ਾਮਲ ਹੋਣ ਦੇ ਲਈ ਉਮੀਦ ਕਰਾਂਗੇ ਕਿ ਗੱਲਬਾਤ ਤੁਰੇ ਹਰ ਚੀਜ਼ ਇਸ ਸਮੇਂ ਇੱਕੋ ਪੁਆਇੰਟ ਦੇ ਉੱਤੇ ਆ ਕੇ ਹੁੰਦੀ ਹੈ ਕਿ ਗੱਲਬਾਤ ਹੋਵੇ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਜਦੋਂ ਗੱਲਬਾਤ ਹੋ ਰਹੀ ਹੋਏਗੀ ਤਾਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਪ ਪਿੱਛੇ ਰਹਿ ਜਾਣਗੀਆਂ ਬਹੁਤ ਸਾਰੇ ਪ੍ਰੋਟੈਸਟ ਘਿਰਾਓ ਬੰਦਕ ਬਣਾਉਣ ਦੀ ਗੱਲ ਜਾਂ ਫਿਰ ਬਿਆਨਾਂ ਦੀ ਗੱਲ ਸ਼ਾਇਦ ਪਿੱਛੇ ਰਹਿ ਜਾਏਗੀ ਸਭ ਦਾ ਫੋਕਸ ਹੋਏਗਾ ਕਿ ਗੱਲਬਾਤ ਹੋ ਰਹੀ ਹੈ ਪਰ ਉਹ ਕਦੋਂ ਹੋਏਗੀ ਕਿਵੇਂ ਹੋਏਗੀ ਇੱਕ ਵੱਡਾ ਸਵਾਲ ਹੈ ਉਮੀਦ ਕਰਾਂਗੇ ਕਿ ਦੋਵੇਂ ਧਿਰਾਂ ਇਸ ਸਮੇਂ ਸੋਚਣ ਕਿ ਪੰਜਾਬ ਦੇ ਹਾਲਾਤ ਨੂੰ ਅਮਨ ਸ਼ਾਂਤੀ ਨੂੰ ਕੋਈ ਦਿੱਕਤ ਨਾ ਹੋਵੇ ਉਸ ਬਾਰੇ ਡੂੰਘਾਈ ਦੇ ਨਾਲ ਜ਼ਰੂਰ ਸੋਚਿਆ ਜਾਵੇ ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ